ਸਤਿ ਸ਼੍ਰੀ ਅਕਾਲ ਰਾਜੇ। ਮੈਂ ਅਸਿਸਟੈਂਟ ਪ੍ਰੋਫੈਸਰ ਨਰਿੰਦਰਪਾਲ ਸਿੰਘ ਆਪ ਜੀ ਦਾ ਫਿਊਚਰ ਪੁਆਇੰਟ ਦੇ ਵਿੱਚ ਸਵਾਗਤ ਕਰਦਾ ਹਾਂ ਜੀ। ਸਾਡਾ ਗਿਆਨ ਹੀ ਸਾਡੀ ਪਹਿਚਾਣ ਹੈ। ਇਸ ਮੰਤਵ ਦੇ ਨਾਲ ਅਸੀਂ ਜੋ ਵੀਡੀਓਜ਼ ਦਾ ਉਪਰਾਲਾ ਆਰੰਭ ਕੀਤਾ ਜੀ। ਅੱਜ ਅਸੀਂ ਬਹੁਤ ਮਹੱਤਵਪੂਰਨ ਟੌਪਿਕ ਲੈ ਕੇ ਆਏ ਹਾਂ। ਟੌਪਿਕ ਹੈ ਸਾਡਾ ਰਾਜਨੀਤੀ ਸ਼ਾਸਤਰ ਦੇ ਵਿੱਚੋਂ, ਪੋਲੀਟੀਕਲ ਦੇ ਵਿੱਚੋਂ। ਉਸ ਦੇ ਵਿੱਚ ਟੌਪਿਕ ਦਾ ਨਾਮ ਹੈ ਜੀ ਸਿਟੀਜ਼ਨਸ਼ਿਪ। ਦੇਖੋ ਰਾਜੇ, ਜਿਹੜੇ ਵਿਦਿਆਰਥੀਆਂ ਨੇ, ਚਾਹੇ ਉਹਨਾਂ ਨੇ PPSC ਦੇ ਅਧੀਨ ਆਈਆਂ ਹੋਈਆਂ ਪੋਸਟਾਂ ਦੇ ਵਿੱਚ ਅਪਲਾਈ ਕੀਤਾ ਹੈ, ਚਾਹੇ ਉਹਨਾਂ ਨੇ ਮਾਸਟਰ ਕੇਡਰ 'ਚ ਅਪਲਾਈ ਕੀਤਾ ਹੈ, ਚਾਹੇ ਉਹਨਾਂ ਨੇ ETT ਦੇ ਵਿੱਚ ਅਪਲਾਈ ਕੀਤਾ ਹੈ, ਅਤੇ ਚਾਹੇ ਉਹਨਾਂ ਨੇ SSC ਦੇ ਵਿੱਚ, ਚਾਹੇ ਉਹਨਾਂ ਨੇ ਕੋਈ ਵੀ ਐਗਜ਼ਾਮ ਦੇਣਾ, ਜਿਹੜੇ ਐਗਜ਼ਾਮ ਦੇ ਵਿੱਚ ਰਾਜਨੀਤੀ ਸ਼ਾਸਤਰ ਦੇ ਵਿੱਚੋਂ ਕੁਐਸਚਨ ਪੁੱਛੇ ਜਾਣੇ ਨੇ, ਉਹਨਾਂ ਵਿਦਿਆਰਥੀਆਂ ਲਈ ਇਹ ਵੀਡੀਓ ਬਹੁਤ ਮਹੱਤਵਪੂਰਨ ਹੈ। ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਦੇਖਣਾ ਅਤੇ ਤੁਹਾਡੇ ਹਰ ਇੱਕ ਸਵਾਲ ਦਾ ਜਵਾਬ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲ ਜਾਵੇਗਾ। ਇਸ ਵੀਡੀਓ ਦੇ ਵਿੱਚ ਅਸੀਂ ਇੱਕ ਤਾਂ ਸਾਰੇ ਆਰਟੀਕਲ ਪੜ੍ਹਾਂਗੇ, 5 ਤੋਂ ਲੈ ਕੇ 11 ਤੱਕ ਆਰਟੀਕਲ ਪੜ੍ਹਾਂਗੇ। ਭਾਰਤੀ ਸੰਵਿਧਾਨ ਦੇ ਕਿਹੜੇ ਭਾਗ ਦੇ ਵਿੱਚ ਦਰਜ ਹੈ ਨਾਗਰਿਕਤਾ, ਅਸੀਂ ਉਹਦੇ ਬਾਰੇ ਚਰਚਾ ਕਰਾਂਗੇ। ਅਤੇ ਮੋਸਟਲੀ ਅੰਤ 'ਤੇ ਜਾ ਕੇ ਅਸੀਂ ਐਕਟ 2019 ਜੋ ਨਾਗਰਿਕਤਾ ਐਕਟ ਦੇ ਵਿੱਚ ਸੋਧ ਹੋਈ ਹੈ ਉਸ ਬਾਰੇ ਵੀ ਚਰਚਾ ਕਰਾਂਗੇ। ਸਭ ਤੋਂ ਪਹਿਲਾਂ ਨਾਗਰਿਕਤਾ ਹੈ ਕੀ? ਹਰੇਕ ਵਿਕਸਿਤ ਰਾਜ ਦੀ ਤਰ੍ਹਾਂ ਭਾਰਤ ਦੇ ਵਿੱਚ ਵੀ ਦੋ ਤਰ੍ਹਾਂ ਦੇ ਨਾਗਰਿਕ ਪਾਏ ਜਾਂਦੇ ਨੇ। ਦੇਖੋ ਰਾਜੇ, ਜਿੰਨੇ ਵੀ ਸਾਡੇ ਦੇਸ਼ ਨੇ, ਹਰ ਇੱਕ ਦੇਸ਼ ਦੇ ਵਿੱਚ ਨਾਗਰਿਕਤਾ ਤਾਂ ਪਾਈ ਜਾਂਦੀ ਹੈ। ਹੁਣ ਉੱਥੇ ਦੋ ਪ੍ਰਕਾਰ ਦੇ ਨਾਗਰਿਕ, ਇੱਕ ਤਾਂ ਉੱਥੋਂ ਦੇ ਵਸਨੀਕ ਹੋ ਗਏ, ਇੱਕ ਜਿਹੜੇ ਵਿਦੇਸ਼ੀ ਨਾਗਰਿਕ ਹੋ ਗਏ। ਅਜਿਹੇ ਦੋ ਨਾਗਰਿਕ ਹੁੰਦੇ ਨੇ। ਸਾਡੇ ਕੋਲੇ ਵੀ, ਸਾਡੇ ਦੇਸ਼ ਦੇ ਵਿੱਚ ਵੀ ਇਸ ਤਰ੍ਹਾਂ ਦੇ ਨਾਗਰਿਕ ਪਾਏ ਜਾਂਦੇ ਨੇ। ਜਿਹੜੇ ਦੇਸ਼ ਦੇ ਨਾਗਰਿਕ ਨੇ ਰਾਜੇ, ਉਹਨਾਂ ਨੂੰ ਸਿਵਲ ਅਤੇ ਰਾਜਨੀਤਿਕ ਅਧਿਕਾਰ ਪ੍ਰਾਪਤ ਹੁੰਦੇ ਨੇ। ਅਤੇ ਜਿਹੜੇ ਵਿਦੇਸ਼ੀ ਨਾਗਰਿਕ ਨੇ, ਉਹਨਾਂ ਨੂੰ ਨਾ ਤਾਂ ਸਿਵਲ ਅਧਿਕਾਰ ਪ੍ਰਾਪਤ ਹੁੰਦੇ ਅਤੇ ਨਾ ਰਾਜਨੀਤਿਕ ਅਧਿਕਾਰ ਪ੍ਰਾਪਤ ਹੁੰਦੇ ਨੇ, ਪਹਿਲੀ ਗੱਲ। ਦੂਸਰੀ ਗੱਲ, ਉਹਨਾਂ ਨੂੰ ਅਸੀਂ ਏਲੀਅਨ ਕਹਿ ਕੇ ਵੀ ਪੁਕਾਰਦੇ ਹਾਂ, ਮਤਲਬ ਕਿ ਉਹਨਾਂ ਨੂੰ ਅਸੀਂ ਏਲੀਅਨ ਵੀ ਕਹਿੰਦੇ ਹਾਂ। ਇਹ ਦੋ ਪ੍ਰਕਾਰ ਦੇ ਹੁੰਦੇ ਯਾਰ ਜਿਹੜੇ ਵਿਦੇਸ਼ੀ ਨਾਗਰਿਕ ਹੁੰਦੇ ਸਾਡੇ। ਪਹਿਲੇ ਵਿਦੇਸ਼ੀ ਮਿੱਤਰ ਅਤੇ ਦੂਜੇ ਵਿਦੇਸ਼ੀ ਦੁਸ਼ਮਣ। ਮਿੱਤਰ ਜਿਨ੍ਹਾਂ ਦੇ ਨਾਲ ਸਾਡਾ ਮਿੱਤਰਤਾਪੂਰਨ ਸੰਬੰਧ ਹੈ, ਦੁਸ਼ਮਣ ਜਿਨ੍ਹਾਂ ਦੇ ਨਾਲ ਸਾਡੇ ਯੁੱਧ ਵਗੈਰਾ ਚੱਲਦੇ ਰਹਿੰਦੇ ਨੇ। ਨੈਕਸਟ ਆਰਟੀਕਲ ਬਾਰੇ ਜ਼ਿਕਰ ਕਰਾਂਗੇ। ਭਾਰਤੀ ਨਾਗਰਿਕਤਾ ਦੇ ਜੋ ਆਰਟੀਕਲ ਆ ਭਾਰਤੀ ਸੰਵਿਧਾਨ ਦੇ ਭਾਗ 2 ਦੇ ਵਿੱਚ 5 ਤੋਂ ਲੈ ਕੇ 11 ਤੱਕ ਦਰਜ ਨੇ। ਸਾਨੂੰ ਸਿੱਧਾ ਕੁਐਸਚਨ ਰਾਜੇ ਆ ਜਾਂਦਾ ਕਿ ਭਾਰਤੀ ਸੰਵਿਧਾਨ ਦੇ ਕਿਸ ਭਾਗ ਦੇ ਵਿੱਚ ਨਾਗਰਿਕਤਾ ਬਾਰੇ ਚਰਚਾ ਕੀਤੀ ਗਈ ਹੈ? ਤਾਂ ਭਾਗ ਹੈ 2, ਆਰਟੀਕਲ ਹੈ 5 ਤੋਂ 11। ਹੁਣ ਅਸੀਂ ਇਕੱਲੇ ਆਰਟੀਕਲ ਬਾਰੇ ਪੜ੍ਹਾਂਗੇ, ਕਿਹੜੇ ਕਿਹੜੇ ਆਰਟੀਕਲ ਦੇ ਵਿੱਚ ਕੀ ਕੀ ਜ਼ਿਕਰ ਕੀਤਾ ਗਿਆ। 5 ਤੋਂ 11 ਆਰਟੀਕਲ ਤੱਕ ਅਸੀਂ ਬਿਲਕੁਲ ਸਮੂਥਲੀ ਆਰਾਮ ਨਾਲ ਸਮਝਦੇ ਹੋਏ ਚੱਲਾਂਗੇ ਰਾਜੇ। ਨਾਲ ਵੀਡੀਓ ਨੂੰ ਤੁਸੀਂ ਪੌਜ਼ ਕਰਕੇ ਆਪਦੇ ਨੋਟਸ ਵੀ ਬਣਾ ਸਕਦੇ ਹੋ। ਇਸ ਤੋਂ ਬਾਅਦ ਮੈਂ ਲਿੰਕ ਦੇ ਵਿੱਚ ਤੁਹਾਨੂੰ ਇਸ ਦਾ PDF ਵੀ ਦੇ ਦਿਆਂਗਾ। ਪਹਿਲਾ ਆਰਟੀਕਲ ਆ ਗਿਆ ਸਾਡੇ ਕੋਲੇ, ਆਰਟੀਕਲ 5। ਇਸ ਵਿੱਚ ਸਾਨੂੰ 3 ਸ਼ਰਤਾਂ ਦਿੱਤੀਆਂ ਗਈਆਂ ਸੀ। ਜਨਮ, ਮਤਲਬ ਜੇ ਸਾਡਾ ਜਨਮ ਭਾਰਤ ਦੇ ਵਿੱਚ ਹੋਇਆ ਹੋਵੇ, ਜਾਂ ਮਾਤਾ ਪਿਤਾ ਦੇ ਵਿੱਚੋਂ ਇੱਕ ਭਾਰਤ ਦੇ ਵਿੱਚ ਜਨਮਿਆ ਹੋਵੇ। ਥਰਡ ਜਿਹੜਾ ਸਾਡਾ ਉਹਦਾ ਤੀਸਰਾ ਪਾਰਟ ਹੈ, ਸੰਵਿਧਾਨ ਲਾਗੂ ਹੋਣ ਤੋਂ 5 ਸਾਲ ਪਹਿਲਾਂ ਅਸੀਂ ਭਾਰਤ ਵਿੱਚ ਰਹਿੰਦੇ ਹੋਈਏ। ਆਰਟੀਕਲ 5 ਦੇ ਵਿੱਚ ਸਿਰਫ 3 ਸ਼ਰਤਾਂ ਨੇ, ਇਹਨਾਂ ਦੇ ਵਿੱਚੋਂ ਅਸੀਂ ਕੋਈ ਇੱਕ ਸ਼ਰਤ ਪੂਰੀ ਕਰਦੇ ਹੋਈਏ ਤਾਂ ਭਾਰਤੀ ਨਾਗਰਿਕਤਾ ਸਾਨੂੰ ਮਿਲ ਜਾਂਦੀ ਹੈ। ਆਰਟੀਕਲ ਆ ਗਿਆ 6। ਆਰਟੀਕਲ 6 ਬਹੁਤ ਮਹੱਤਵਪੂਰਨ ਹੈ ਰਾਜੇ। ਅਜਿਹੇ ਵਿਅਕਤੀ ਜੋ ਪਾਕਿਸਤਾਨ ਤੋਂ ਭਾਰਤ ਆਇਆ ਹੋਵੇ, ਧਿਆਨ ਨਾਲ ਸਮਝੋ, ਅਜਿਹਾ ਵਿਅਕਤੀ ਜੋ ਪਾਕਿਸਤਾਨ ਤੋਂ ਭਾਰਤ ਆਇਆ ਹੋਵੇ, ਉਸਦੇ ਮਾਤਾ ਪਿਤਾ, ਦਾਦਾ ਦਾਦੀ ਵੰਡ ਤੋਂ ਪਹਿਲਾਂ ਦੇ ਭਾਰਤ ਵਿੱਚ ਜਨਮੇ ਹੋਣ। ਦੇਖੋ, ਜਦੋਂ ਪਾਰਟੀਸ਼ਨ ਹੋ ਰਹੀ ਸੀ ਉਸ ਤੋਂ ਪਹਿਲਾਂ ਦਾ ਭਾਰਤ ਸੀ ਜਿਹੜਾ, ਉਸ ਦੇ ਭਾਰਤ ਦੇ ਵਿੱਚ ਉਸਦੇ ਮਾਤਾ ਪਿਤਾ ਜਾਂ ਦਾਦਾ ਦਾਦੀ ਜਨਮੇ ਹੋਣ। ਉਹ ਹੇਠ ਲਿਖਿਆਂ ਵਿੱਚੋਂ ਕੋਈ ਇੱਕ ਸ਼ਰਤ ਪੂਰੀ ਕਰਦਾ ਹੋਵੇ। ਪਹਿਲੀ, ਉਸਨੇ 19 ਜੁਲਾਈ 1948 ਤੋਂ ਪਹਿਲਾਂ ਭਾਰਤ ਛੱਡ ਦਿੱਤਾ ਹੋਵੇ। ਦੂਸਰੀ, ਜੇਕਰ ਉਹ 19 ਜੁਲਾਈ 1948 ਨੂੰ ਜਾਂ ਇਸ ਤੋਂ ਬਾਅਦ ਭਾਰਤ ਛੱਡਿਆ ਹੋਵੇ ਤਾਂ ਨਾਗਰਿਕਤਾ ਪ੍ਰਾਪਤ ਕਰਨ ਦੇ ਲਈ ਉਸਨੂੰ ਲਗਾਤਾਰ 6 ਮਹੀਨੇ ਭਾਰਤ ਦੇ ਵਿੱਚ ਰਹਿਣਾ ਪਵੇਗਾ। ਆਰਟੀਕਲ 7। ਆਰਟੀਕਲ 7 ਦੇ ਵਿੱਚ ਰਾਜੇ ਇਹ ਚੀਜ਼ ਦਰਜ ਹੈ ਕਿ ਇੱਕ ਵਿਅਕਤੀ ਜੋ 1 ਮਾਰਚ 1947 ਤੋਂ ਬਾਅਦ ਭਾਰਤ ਤੋਂ ਪਾਕਿਸਤਾਨ ਚਲਿਆ ਗਿਆ ਹੋਵੇ, ਬਹੁਤ ਧਿਆਨ ਨਾਲ ਸਮਝੋ ਗੱਲ ਨੂੰ, ਇੱਕ ਵਿਅਕਤੀ ਜੋ 1 ਮਾਰਚ 1947 ਤੋਂ ਬਾਅਦ ਭਾਰਤ ਤੋਂ ਪਾਕਿਸਤਾਨ ਚਲਿਆ ਗਿਆ ਹੋਵੇ, ਫਿਰ ਭਾਰਤ ਵਿੱਚ ਵਾਪਸ ਨਿਵਾਸ ਲਈ ਆ ਗਿਆ ਹੋਵੇ। ਪਹਿਲਾਂ ਪਾਕਿਸਤਾਨ ਚਲਿਆ ਗਿਆ ਅਤੇ ਫਿਰ ਵਾਪਸ ਆ ਗਿਆ। ਕਦੋਂ ਤੋਂ? 1 ਮਾਰਚ 1947 ਤੋਂ ਬਾਅਦ ਉਹ ਵੀ ਭਾਰਤ ਦਾ ਨਾਗਰਿਕ ਬਣ ਸਕਦਾ ਹੈ। ਕਿਸ ਦੇ ਆਧਾਰ 'ਤੇ ਜੀ? ਰਜਿਸਟ੍ਰੇਸ਼ਨ ਕਰਨ ਦੇ ਆਧਾਰ 'ਤੇ ਬਣ ਸਕਦਾ ਹੈ। ਅਤੇ ਰਜਿਸਟ੍ਰੇਸ਼ਨ ਕਰਨ ਉਪਰੰਤ ਉਸ ਡੇਟ ਤੋਂ ਬਾਅਦ ਲਗਾਤਾਰ 6 ਮਹੀਨੇ ਉਹਨੂੰ ਭਾਰਤ ਦੇ ਵਿੱਚ ਰਹਿਣਾ ਪਵੇਗਾ। ਆਰਟੀਕਲ 8 ਕੀ ਕਹਿੰਦਾ ਰਾਜੇ? ਆਰਟੀਕਲ 8 ਇਹ ਕਹਿੰਦਾ ਕਿ ਇੱਕ ਅਜਿਹਾ ਵਿਅਕਤੀ ਜਿਸ ਦੇ ਮਾਤਾ ਪਿਤਾ ਜਾਂ ਦਾਦਾ ਦਾਦੀ ਵੰਡ ਤੋਂ ਪਹਿਲਾਂ ਦੇ ਭਾਰਤ ਵਿੱਚ ਜਨਮੇ ਹੋਣ, ਪਰ ਉਹ ਆਪਣਾ ਹੁਣ ਬਾਹਰ ਕਿਸੇ ਦੇਸ਼ ਦੇ ਵਿੱਚ ਨਿਵਾਸ ਕਰ ਰਿਹਾ ਹੋਵੇ,
ਮਤਲਬ ਕਿਸੇ ਹੋਰ ਦੇਸ਼ ਦੀ ਉਸ ਨੂੰ ਨਾਗਰਿਕਤਾ ਪ੍ਰਾਪਤ ਹੋ ਗਈ ਹੋਵੇ। ਜੇਕਰ ਉਹ ਸਹੀ ਢੰਗ ਦੇ ਨਾਲ ਪ੍ਰੋਪਰ ਵੇ ਦੇ ਨਾਲ ਇੱਕ ਰਜਿਸਟ੍ਰੇਸ਼ਨ ਕਰਦਾ ਹੈ ਅਤੇ ਉਸ ਨੂੰ ਆਪਣੇ ਭਾਰਤ ਦੇ ਮਤਲਬ ਉਸ ਨੂੰ ਵੀ ਉਸ ਭਾਰਤ ਦੀ ਨਾਗਰਿਕਤਾ ਮਿਲ ਸਕਦੀ ਹੈ। ਇਹ ਵਿਵਸਥਾ ਭਾਰਤ ਤੋਂ ਬਾਹਰ ਰਹਿਣ ਵਾਲੇ ਲੋਕਾਂ ਦੇ ਲਈ ਦਰਜ ਹੈ। ਨੈਕਸਟ ਆ ਗਿਆ ਜੀ ਸਾਡੇ ਕੋਲ ਆਰਟੀਕਲ 9। ਉਹ ਵਿਅਕਤੀ ਨੂੰ ਭਾਰਤ ਦਾ ਨਾਗਰਿਕ ਨਹੀਂ ਮੰਨਿਆ ਜਾਵੇਗਾ ਜੋ ਆਪਣੀ ਇੱਛਾ ਦੇ ਨਾਲ ਕਿਸੇ ਹੋਰ ਦੇਸ਼ ਦੀ ਨਾਗਰਿਕਤਾ ਗ੍ਰਹਿਣ ਕਰ ਲਏਗਾ। ਬਹੁਤ ਹੀ ਮਹੱਤਵਪੂਰਨ ਆਰਟੀਕਲ 9 ਰਾਜੇ, ਸਾਨੂੰ ਡਾਇਰੈਕਟ ਪੁੱਛਿਆ ਜਾ ਸਕਦਾ ਹੈ ਜਦੋਂ ਅਸੀਂ ਆਪਣੀ ਇੱਛਾ ਦੇ ਨਾਲ ਕਿਸੇ ਦੂਸਰੇ ਦੇਸ਼ ਦੀ ਨਾਗਰਿਕਤਾ ਪ੍ਰਾਪਤ ਕਰ ਲੈਂਦੇ ਹਾਂ ਤਾਂ 5 ਤੋਂ 11 ਦੇ ਵਿੱਚ ਕਿਹੜਾ ਆਰਟੀਕਲ ਇਸ ਦੇ ਨਾਲ ਸੰਬੰਧਿਤ ਹੈ, ਤਾਂ ਆਰਟੀਕਲ 9 ਇਸ ਦੇ ਨਾਲ ਸੰਬੰਧਿਤ ਹੈ। ਆਰਟੀਕਲ 10, ਹਰੇਕ ਵਿਅਕਤੀ ਭਾਰਤ ਦਾ ਨਾਗਰਿਕ ਹੋਵੇਗਾ ਜਦੋਂ ਸੰਸਦ ਇਸ ਸੰਬੰਧੀ ਕੋਈ ਵੀ ਕਾਨੂੰਨ ਦਾ ਨਿਰਮਾਣ ਕਰੇਗੀ। ਮਤਲਬ ਕੌਨਸਟੀਟਿਊਸ਼ਨ ਵੱਲੋਂ ਮਤਲਬ ਵੀ ਸਾਡੀ ਸੰਸਦ ਵੱਲੋਂ ਪਾਰਲੀਮੈਂਟਰੀ ਵੱਲੋਂ ਕੌਨਸਟੀਟਿਊਸ਼ਨ ਦੇ ਵਿੱਚ ਸੋਧ ਕਰਕੇ ਕੋਈ ਵੀ ਕਾਨੂੰਨ ਬਣਾਇਆ ਜਾਂਦਾ ਤਾਂ ਉਹ ਹਰੇਕ ਵਿਅਕਤੀ ਨੂੰ ਅਸੀਂ ਇਸ ਦੇ ਅਧੀਨ ਭਾਰਤ ਦਾ ਨਾਗਰਿਕ ਮੰਨ ਸਕਦੇ ਹਾਂ ਜਿਨ੍ਹਾਂ ਬਾਰੇ ਉਹਨਾਂ ਨੇ ਉਸ ਦੇ ਵਿੱਚ ਦਰਜ ਕੀਤਾ ਹੋਊਗਾ। ਆਰਟੀਕਲ 11 ਬਹੁਤ ਮਹੱਤਵਪੂਰਨ ਹੈ ਜੀ ਅਤੇ ਬਹੁਤ ਵਾਰ ਕਈ ਪੇਪਰਾਂ ਦੇ ਵਿੱਚ ਪੁੱਛਿਆ ਗਿਆ ਹੈ ਵੀ ਕਿਸ ਆਰਟੀਕਲ ਦੇ ਅਧੀਨ ਸੰਸਦ ਨੂੰ ਕਾਨੂੰਨ ਬਣਾਉਣ ਦਾ ਅਧਿਕਾਰ ਹੈ। ਆਰਟੀਕਲ 11 ਦੇ ਅਧੀਨ ਸੰਸਦ ਨੂੰ ਅਧਿਕਾਰ ਹੈ ਕਿ ਉਹ ਨਾਗਰਿਕਤਾ ਦੇ ਵਿਸ਼ੇ ਦੇ ਸੰਬੰਧ ਵਿੱਚ ਕੋਈ ਵੀ ਕਾਨੂੰਨ ਬਣਾ ਸਕਦੀ ਹੈ। ਰਾਜੇ ਇਹ ਸੀਗੇ ਸਾਡੇ ਕੋਲੇ 5 ਤੋਂ ਲੈ ਕੇ 11 ਤੱਕ ਆਰਟੀਕਲ। ਵੀਡੀਓ ਨੂੰ ਰੋਕ ਕੇ ਪੌਜ਼ ਕਰਕੇ ਇਸ ਦੇ ਨੋਟਸ ਬਣਾ ਲਓ। ਇੱਕ ਇੱਕ ਆਰਟੀਕਲ ਨੂੰ ਧਿਆਨ ਨਾਲ ਨੋਟ ਕਰ ਲਓ, ਸਮਝ ਲਓ। ਤੁਹਾਨੂੰ ਮੋਸਟਲੀ ਇਹਨਾਂ ਦੇ ਵਿੱਚੋਂ ਇੱਕ ਕੁਐਸਚਨ ਤਾਂ ਪੱਕਾ ਹੀ ਆ ਸਕਦਾ ਹੈ। ਨੈਕਸਟ ਆਪਾਂ ਚੱਲਦੇ ਹਾਂ ਅੱਗੇ। ਨਾਗਰਿਕਤਾ ਐਕਟ 1955, ਸਿਟੀਜ਼ਨਸ਼ਿਪ ਐਕਟ 1955। ਇਹ ਕੀ ਸੀਗਾ ਰਾਜੇ? ਇਹ ਸੰਵਿਧਾਨ ਲਾਗੂ ਹੋਣ ਤੋਂ ਬਾਅਦ ਸੰਵਿਧਾਨ ਦੇ ਵਿੱਚ ਇਸ ਪ੍ਰੋਵੀਜ਼ਨ ਨੂੰ ਜੋੜਿਆ ਗਿਆ ਹੈ। ਹੁਣ ਤੱਕ ਭਾਰਤੀ ਸੰਵਿਧਾਨ ਦੇ ਵਿੱਚ ਮਤਲਬ ਭਾਰਤੀ ਸੰਵਿਧਾਨ ਦੇ ਇਸ ਐਕਟ ਦੇ ਵਿੱਚ 7 ਵਾਰ ਸੋਧ ਹੋ ਚੁੱਕੀ ਹੈ। ਤੁਸੀਂ ਸਕਰੀਨ 'ਤੇ ਪੜ੍ਹ ਰਹੇ ਹੋਵੋਗੇ 1955 ਦੇ ਵਿੱਚ ਸੋਧ ਹੋਈ ਸੀ, ਫਿਰ 1982 ਦੇ ਵਿੱਚ, 1992 ਦੇ ਵਿੱਚ, 2003 ਦੇ ਵਿੱਚ, 2005 ਦੇ ਵਿੱਚ, 2015 ਦੇ ਵਿੱਚ ਅਤੇ ਹਾਲ ਹੀ 2019 ਦੇ ਵਿੱਚ ਇਹ ਸੋਧ ਹੋ ਚੁੱਕੀ ਹੈ ਜੀ। ਕੁੱਲ 7 ਵਾਰ ਇਹ ਸੋਧੀ ਜਾ ਚੁੱਕੀ ਹੈ। ਤਾਂ ਇੱਕ ਕੁਐਸਚਨ ਹੈ ਬਿਲਕੁਲ ਸਿੰਪਲ ਹੈ ਕਿ ਭਾਰਤ ਦਾ ਪਹਿਲਾ ਨਾਗਰਿਕ ਕੌਣ ਹੁੰਦਾ ਹੈ? ਜਿੱਥੋਂ ਅਸੀਂ ਜਨਗਣਨਾ ਆਰੰਭ ਕਰਦੇ ਹਾਂ ਤਾਂ ਭਾਰਤ ਦਾ ਪਹਿਲਾ ਨਾਗਰਿਕ ਸਾਡਾ ਰਾਸ਼ਟਰਪਤੀ ਹੁੰਦਾ ਰਾਜੇ। ਨਾਗਰਿਕਤਾ ਪ੍ਰਾਪਤ ਕਰਨ ਦੇ ਕਾਰਨ ਦੇਖੋ ਕਿਹੜੇ ਕਿਹੜੇ ਕਾਰਨ ਹੈ ਜਾਂ ਕਿੰਨੇ ਸਟੈਪਸ ਦੇ ਨਾਲ ਅਸੀਂ ਆਪਦੀ ਭਾਰਤੀ ਨਾਗਰਿਕਤਾ ਪ੍ਰਾਪਤ ਕਰ ਸਕਦੇ ਹਾਂ। 5 ਯੋਗਤਾਵਾਂ ਦੇ ਆਧਾਰ 'ਤੇ ਸਾਨੂੰ ਭਾਰਤੀ ਨਾਗਰਿਕਤਾ ਪ੍ਰਾਪਤ ਹੋ ਜਾਂਦੀ ਹੈ ਜੀ। ਪਹਿਲੀ ਜਨਮ ਦੇ ਆਧਾਰ 'ਤੇ, ਦੂਜੀ ਵੰਸ਼ ਦੇ ਆਧਾਰ 'ਤੇ, ਤੀਜੀ ਪੂੰਜੀਕਰਨ ਦੇ ਆਧਾਰ 'ਤੇ, ਚੌਥੀ ਵਿਲੇ ਦੇ ਆਧਾਰ 'ਤੇ, ਪੰਜਵੀਂ ਪ੍ਰਕਿਰਤਿਕ ਆਧਾਰ 'ਤੇ ਮਤਲਬ ਬਾਏ ਨੈਚੁਰਲਾਈਜੇਸ਼ਨ। ਬਹੁਤ ਮਹੱਤਵਪੂਰਨ ਪੁਆਇੰਟ ਹੈ, ਥੋੜ੍ਹਾ ਸਮਝਣ ਦੀ ਜ਼ਰੂਰਤ ਹੈ ਇਸ ਪੁਆਇੰਟ ਨੂੰ। ਭਾਰਤ ਦੀਆਂ ਮਾਨਤਾ ਪ੍ਰਾਪਤ ਭਾਸ਼ਾਵਾਂ ਦੇ ਵਿੱਚੋਂ ਭਾਸ਼ਾ ਦਾ ਗਿਆਨ ਹੋਣਾ ਬਹੁਤ ਜ਼ਰੂਰੀ ਹੈ। ਜਿਸ ਦੇਸ਼ ਦੇ ਮਤਲਬ ਕਿ ਜਿਸ ਦੇਸ਼ ਦੇ ਨਾਗਰਿਕ ਨੇ ਪ੍ਰਕਿਰਤਿਕ ਆਧਾਰ 'ਤੇ ਨਾਗਰਿਕਤਾ ਲੈਣੀ ਹੈ ਉਹ ਦੇਸ਼ ਵੀ ਪ੍ਰਕਿਰਤਿਕ ਆਧਾਰ 'ਤੇ ਨਾਗਰਿਕਤਾ ਦਿੰਦਾ ਹੋਵੇ, ਬਹੁਤ ਜ਼ਰੂਰੀ ਹੈ ਜੀ। ਇਹ ਸੀਗੇ ਸਾਡੇ ਕੋਲੇ 5 ਪ੍ਰਕਾਰ ਦੇ ਜਿਹੜੇ ਸੀਗੇ ਕਾਰਨ ਜਾਂ ਸਟੈਪ ਬਣਦੇ ਨੇ ਜਿਨ੍ਹਾਂ ਦੇ ਆਧਾਰ 'ਤੇ ਸਾਨੂੰ ਨਾਗਰਿਕਤਾ ਮਿਲਦੀ ਹੈ ਜੀ। ਨੈਕਸਟ ਆ ਗਿਆ ਨਾਗਰਿਕਤਾ ਛੱਡਣ ਦੇ ਤਰੀਕੇ, ਮਤਲਬ ਕਿ ਕਿਹੜੇ 3 ਢੰਗ ਆ ਜਾਂ ਕਿਹੜੇ 3 ਕਾਰਨ ਹੈ ਜਿਨ੍ਹਾਂ ਦੇ ਆਧਾਰ 'ਤੇ ਨਾਗਰਿਕਤਾ ਛੱਡੀ ਜਾ ਸਕਦੀ ਹੈ। ਪਹਿਲਾ, ਜੇਕਰ ਵਿਅਕਤੀ ਕਿਸੇ ਹੋਰ ਦੇਸ਼ ਦੀ ਨਾਗਰਿਕਤਾ ਪ੍ਰਾਪਤ ਕਰ ਲੇ। ਦੇਖੋ ਜੇ ਇੱਥੋਂ ਦਾ ਵਿਅਕਤੀ ਕਿਸੇ ਹੋਰ ਦੇਸ਼ ਦੀ ਨਾਗਰਿਕਤਾ ਪ੍ਰਾਪਤ ਕਰ ਲੈਂਦਾ ਤਾਂ ਆਪਣੇ ਆਪ ਉਸ ਦੀ ਦੇਸ਼ ਦੀ ਨਾਗਰਿਕਤਾ ਪੁਰਾਣੀ ਛੁੱਟ ਜਾਂਦੀ ਹੈ। ਮੰਨ ਲਓ ਇੱਥੋਂ ਅਸੀਂ ਗਏ ਇੰਗਲੈਂਡ ਗਏ, ਅਸੀਂ ਭਾਰਤ ਤੋਂ ਨਾ ਭਾਰਤ ਦੀ ਨਾਗਰਿਕਤਾ ਛੱਡੀ ਨਹੀਂ ਅਤੇ ਅਸੀਂ ਉੱਥੋਂ ਦੇ ਸਿਟੀਜ਼ਨ ਹੋ ਗਏ ਤਾਂ ਸਾਡੀ ਭਾਰਤੀ ਨਾਗਰਿਕਤਾ ਆਪਣੇ ਆਪ ਖਤਮ ਹੋ ਗਈ। ਨੈਕਸਟ, ਸਰਕਾਰ ਦੁਆਰਾ ਵਿਅਕਤੀ ਦੀ ਨਾਗਰਿਕਤਾ ਨੂੰ ਰੱਦ ਕਰ ਦਿੱਤਾ ਜਾਂਦਾ। ਦੇਖੋ ਕਈ ਮਾਮਲੇ ਇਹੋ ਜਿਹੇ ਆਉਂਦੇ ਆ ਜਿਨ੍ਹਾਂ ਦੇ ਵਿੱਚ ਸਾਨੂੰ ਦੇਸ਼ ਦਰੋਹ ਲਾਇਆ ਜਾਂਦਾ ਜਾਂ ਕਈ ਹੋਰ ਕਾਰਨ ਬਣ ਲੱਗ ਜਾਂਦੇ ਨੇ। ਅਜਿਹੇ ਕਾਰਨਾਂ ਦੇ ਆਧਾਰ 'ਤੇ ਜਦੋਂ ਸਾਡੀ ਨਾਗਰਿਕਤਾ ਸਾਡੀ ਜਿਹੜੀ ਖਤਮ ਹੋ ਜਾਂਦੀ ਹੈ ਤਾਂ ਉਹ ਇੱਕ ਸਰਕਾਰੀ ਦੇਸ਼ ਦਰੋਹ ਜਾਂ ਸਰਕਾਰ ਦੇ ਦੁਆਰਾ ਵਿਅਕਤੀ ਦੀ ਨਾਗਰਿਕਤਾ ਰੱਦ ਕੀਤੀ ਮੰਨੀ ਜਾਂਦੀ ਹੈ। ਤੀਸਰੀ ਆ ਗਈ ਜੀ ਆਪਣੀ ਇੱਛਾ ਦੇ ਅਨੁਸਾਰ ਨਾਗਰਿਕਤਾ ਦਾ ਤਿਆਗ ਕਰ ਦੇਣਾ। ਅਸੀਂ ਆਪਣੀ ਇੱਛਾ ਦੇ ਅਨੁਸਾਰ ਵੀ ਨਾਗਰਿਕਤਾ ਦਾ ਤਿਆਗ ਕਰ ਸਕਦੇ ਹਾਂ ਵੀ ਮੈਂ ਇਸ ਦੇਸ਼ ਦੇ ਵਿੱਚ ਰਹਿ ਕੇ ਵੀ ਇਸ ਦੇਸ਼ ਦਾ ਨਾਗਰਿਕ ਨਹੀਂ ਬਣਨਾ ਚਾਹੁੰਦਾ। ਅਜਿਹੇ ਆਧਾਰ 'ਤੇ ਇਹ ਕਾਰਨ ਵੀ ਸਾਡੀ ਨਾਗਰਿਕਤਾ ਛੱਡਣ ਦਾ ਬਣ ਜਾਂਦਾ ਹੈ। ਨੈਕਸਟ ਆ ਗਿਆ ਜੀ ਨਾਗਰਿਕਤਾ ਸਿਟੀਜ਼ਨਸ਼ਿਪ ਦੀਆਂ ਕੁਝ ਮਹੱਤਵਪੂਰਨ ਗੱਲਾਂ। ਅਤੇ ਹੁਣ ਅਸੀਂ ਐਕਟ 2019 ਬਾਰੇ ਵੀ ਜ਼ਿਕਰ ਕਰਾਂਗੇ। ਭਾਰਤ ਵਿੱਚ ਗਹਿਰੀ ਨਾਗਰਿਕਤਾ ਹੈ। ਸਭ ਤੋਂ ਪਹਿਲੀ ਗੱਲ ਤਾਂ ਹੈ ਜੀ ਸਿੰਗਲ ਸਿਟੀਜ਼ਨਸ਼ਿਪ ਭਾਰਤ ਦੇ ਵਿੱਚ ਹੈਗੀ ਹੈ। ਇਹ ਅਸੀਂ ਇੰਗਲੈਂਡ ਤੋਂ ਪ੍ਰਾਪਤ ਕੀਤੀ ਹੈ। ਦੇਖੋ ਇਹ ਨਿੱਕੀਆਂ ਨਿੱਕੀਆਂ ਗੱਲਾਂ ਦੇ ਵਿੱਚੋਂ ਹੀ ਕੁਐਸਚਨ ਬਣ ਜਾਂਦੇ ਆ। ਕੁਐਸਚਨ ਆ ਜਾਊਗਾ ਭਾਰਤ ਵਿੱਚ ਕਿਸ ਪ੍ਰਕਾਰ ਦੀ ਨਾਗਰਿਕਤਾ ਹੈ? ਇਕਹਿਰੀ, ਦਿਊਰੀ,
ਜਾਂ ਕੋਈ ਵੀ ਨਹੀਂ ਜਾਂ ਸਾਰਿਆਂ ਲਈ ਓਪਨ ਹੈ, ਤਾਂ ਸਾਡੀ ਕਿਹੜੀ ਨਾਗਰਿਕਤਾ ਹੈ। 2019 ਐਕਟ ਦੇ ਆਧਾਰ 'ਤੇ ਭਾਰਤ ਵਿੱਚ 5 ਸਾਲ ਲਗਾਤਾਰ, ਅਸੀਂ ਪਿੱਛੇ ਪੜ੍ਹਦੇ ਆ ਰਹੇ ਹਾਂ 6 ਮਹੀਨੇ 5 ਸਾਲ ਲਗਾਤਾਰ ਰਹਿਣ ਨਾਲ ਨਾਗਰਿਕਤਾ ਮਿਲਣੀ ਹੈ ਜੀ। 2019 ਐਕਟ ਦੇ ਆਧਾਰ 'ਤੇ ਭਾਰਤ ਦੇ ਵਿੱਚ 5 ਸਾਲ ਲਗਾਤਾਰ ਰਹਿਣ ਨਾਲ ਨਾਗਰਿਕਤਾ ਮਿਲਣੀ ਹੈ। ਐਕਟ 2019 ਵਿੱਚ ਆਸਾਮ, ਮੇਘਾਲਿਆ, ਮਿਜ਼ੋਰਮ, ਤ੍ਰਿਪੁਰਾ ਇਹਨਾਂ ਨੂੰ ਬਾਹਰ ਰੱਖਿਆ ਗਿਆ ਕਿਉਂਕਿ ਇਹ ਸਾਡੇ 6ਵੇਂ ਸ਼ਡਿਊਲ ਦੇ ਵਿੱਚ ਆਉਂਦੇ ਨੇ। ਠੀਕ ਹੈ ਜੀ। ਇੱਕ ਹੋਰ ਚੀਜ਼ ਧਿਆਨ 'ਚ ਰੱਖੋ, ਬੰਗਾਲ ਈਸਟਰਨ ਫਰੰਟੀਅਰ ਰੈਗੂਲੇਸ਼ਨ 1873 ਦੇ ਅਧੀਨ, ਬੰਗਾਲ ਈਸਟਰਨ ਫਰੰਟੀਅਰ ਰੈਗੂਲੇਸ਼ਨ 1873 ਦੇ ਅਧੀਨ ਅਰੁਣਾਚਲ ਪ੍ਰਦੇਸ਼, ਮਿਜ਼ੋਰਮ ਅਤੇ ਨਾਗਾਲੈਂਡ ਨੂੰ ਵੀ ਇਸ ਐਕਟ ਤੋਂ ਬਾਹਰ ਰੱਖਿਆ ਗਿਆ ਹੈ। ਨੈਕਸਟ ਹੈਗਾ ਜੀ ਨਾਗਰਿਕ ਐਕਟ 2019 ਵਿੱਚ। ਨਾਗਰਿਕ ਐਕਟ 2019 ਵਿੱਚ ਅਸੀਂ ਕਿਹੜੇ ਕਿਹੜੇ ਲੋਕਾਂ ਨੂੰ ਭਾਰਤੀ ਨਾਗਰਿਕਤਾ ਦੇ ਰਹੇ ਹਾਂ? ਹਿੰਦੂ, ਸਿੱਖ, ਬੋਧੀ, ਜੈਨੀ, ਪਾਰਸੀ ਅਤੇ ਕ੍ਰਿਸਚਨ ਲੋਕਾਂ ਨੂੰ ਅਸੀਂ ਭਾਰਤੀ ਨਾਗਰਿਕਤਾ ਦੇ ਰਹੇ ਹਾਂ। ਅਤੇ ਇਹ ਲੋਕ ਕਿਸ ਕੰਟਰੀ ਦੇ ਹੋਣ ਜਾਂ ਕਿਸ ਦੇਸ਼ ਦੇ ਹੋਣਗੇ? ਤਾਂ ਇਹ ਲੋਕ ਜਿਹੜੇ ਹੈਗੇ ਆ ਰਾਜੇ ਬੰਗਾਲ, ਅਫਗਾਨਿਸਤਾਨ ਅਤੇ ਪਾਕਿਸਤਾਨ ਦੇ ਹੋ ਸਕਦੇ ਆ। ਇੱਕ ਸ਼ਾਰਟਕੱਟ ਲੌਜਿਕ ਬਣਾਇਆ ਬ ਆਪ ਦਾ ਮਤਲਬ ਬੰਗਾਲ, ਆ ਦਾ ਮਤਲਬ ਅਫਗਾਨਿਸਤਾਨ, ਪ ਦਾ ਮਤਲਬ ਪਾਕਿਸਤਾਨ। ਇਹ ਚੀਜ਼ ਨੂੰ ਤੁਸੀਂ ਧਿਆਨਪੂਰਵਕ ਯਾਦ ਰੱਖਣਾ, ਕੁਐਸਚਨ ਆ ਸਕਦਾ ਕਿ ਹੇਠ ਲਿਖਿਆਂ ਵਿੱਚੋਂ ਕਿਹੜਾ ਦੇਸ਼ ਜਿਹੜਾ 2019 ਦੀ ਨਾਗਰਿਕਤਾ ਦੇ ਅਧੀਨ ਨਹੀਂ ਆਉਂਦਾ? ਬੰਗਾਲ, ਅਫਗਾਨਿਸਤਾਨ, ਪਾਕਿਸਤਾਨ, ਭੂਟਾਨ। ਤਾਂ ਭੂਟਾਨ ਨਹੀਂ ਆਉਂਦਾ। ਇਸ ਐਕਟ ਅਧੀਨ ਕਿਹੜੀ ਕਮਿਊਨਿਟੀ ਦੇ ਲੋਕਾਂ ਨੂੰ ਜਿਹੜੀ ਨਾਗਰਿਕਤਾ ਨਹੀਂ ਮਿਲਦੀ? ਤਾਂ ਉਹ ਹੈਗੇ ਆ ਸਾਡੇ ਕੋਲੇ ਮੁਸਲਿਮ ਕਮਿਊਨਿਟੀ ਦੇ ਲੋਕਾਂ ਨੂੰ ਨਾਗਰਿਕਤਾ ਨਹੀਂ ਦਿੱਤੀ ਗਈ। ਵੀਡੀਓ ਚੰਗਾ ਲੱਗਿਆ ਸ਼ੇਅਰ ਕਰਿਆ ਜੇ, ਚੈਨਲ ਨੂੰ ਸਬਸਕ੍ਰਾਈਬ ਕਰਿਆ ਜੇ, ਅਤੇ ਕੋਈ ਵੀ ਸੁਝਾਅ ਹੋਵੇ ਤਾਂ ਜੋ ਅਸੀਂ ਆਉਣ ਵਾਲੀ ਵੀਡੀਓ ਦੇ ਵਿੱਚ ਉਸ ਨੂੰ ਇੰਪਰੂਵ ਕਰ ਸਕੀਏ ਜ਼ਰੂਰ ਦਿਆ ਜੇ। ਧੰਨਵਾਦ ਪਿਆਰੇ ਵਿਦਿਆਰਥੀਓ, ਜਿਉਂਦੇ ਵਸਦੇ ਰਹੋ।